ਇੱਕ ਅੱਧੇ ਨੂੰ ਹੁਣ ਨਕੇਲ ਪੈ ਜਾਏਗੀ, 1 2 3 4 ਨੂੰ ਜਿਨ੍ਹਾਂ ਦੇ ਜਿਹੜੇ ਮੇਰੇ ਇਸ ਵੇਲੇ ਟਾਰਗੇਟ ਤੇ ਨੇ। ਜਦੋਂ ਜਦੋਂ ਉਹਨਾਂ ਨੂੰ ਨਕੇਲ ਪੈਗੀ, ਕੋਰਟ 'ਚ ਆਉਣਾ ਪਿਆ ਕਰੇਗਾ, ਪੇਸ਼ੀ ਫਿਕਸ ਹੋਏਗੀ ਤੇ ਆਪਣੇ ਆਪ 'ਚ ਹੀ ਕੋਰਟ 'ਚ ਆਉਣਾ ਵੀ ਇੱਕ ਡਰ ਹੈ। ਮਨਕੀਰਤ ਔਲਖ ਦੀ ਵੀ ਗੱਲ ਕਰੀਏ ਸੋ ਉਹਨਾਂ ਦੇ ਉੱਤੇ ਪਹਿਲਾਂ ਵੀ ਕੁਝ ਮਾਮਲੇ ਨੇ, ਸੋ ਇੱਕ ਅੱਧਾ ਕੇਸ ਹੋਰ ਹੋ ਜਾਏਗਾ। ਤੁਸੀਂ ਕਹਿ ਰਹੇ ਹੋ ਕਿ ਬੜਾ ਡਰ ਹੁੰਦਾ, ਤਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਸ ਚੀਜ਼ ਦਾ ਡਰ ਬਣੇ? ਕੈਨੇਡਾ ਤਾਂ ਹੀ ਭੱਜ ਗਿਆ। ਜੇ ਡਰ ਨਾ ਹੁੰਦਾ, ਇੰਡੀਆ ਹੁੰਦਾ ਸਾਹਮਣੇ ਆਉਂਦਾ। ਗੀਤਾਂ ਦੇ ਵਿੱਚ ਟਸ਼ਨ ਦਿਖਾਇਆ ਜਾਂਦਾ, ਅਸਲੀਅਤ ਉਹ ਨਹੀਂ ਹੈ। ਤੁਹਾਡੇ ਸਾਹਮਣੇ ਆ, ਨੋਟਿਸ ਦਿੱਤਾ ਸੀ, ਫਿਰ ਪਿਓ ਦਾ ਪੁੱਤ ਆਉਂਦਾ ਨਾ ਸਾਹਮਣੇ, ਆਉਂਦਾ ਤਰੀਕ ਭੁਗਤਦਾ, ਕੰਮ ਕਰਦਾ, ਫਿਰ ਉਹਨੂੰ ਸਮਝ ਵੀ ਲੱਗਦੀ ਕਿ ਹਾਂ ਬਈ ਤੂੰ ਸੱਚੀ ਮੁੱਚੀ ਕੁਛ ਹੈ ਤੇਰੇ ਪੱਲੇ ਤਾਂ ਕੁਛ ਹੈ ਨਹੀਂਗਾ। ਜਦੋਂ ਸ਼ਾਰਟਕਟ, ਇੱਕ ਲਾਲਚ, ਇੱਕ ਬੇਈਮਾਨੀ, ਔਰ ਸਭ ਤੋਂ ਵੱਡੀ ਗੱਲ ਕਿ ਮਾਂ ਪਿਓ ਨੇ ਅਕਲ ਨਾ ਦਿੱਤੀ ਹੋਵੇ ਨਾ, ਉਹ ਲੋਕ ਇਹੋ ਜਿਹੀ ਹਰਕਤਾਂ ਕਰਦੇ ਆ। ਜੇ ਤੁਸੀਂ ਇੰਪੈਕਟ ਕਰਨਾ ਹੈ ਤੇ ਮਿਹਨਤ ਵਾਲੇ ਪਾਸੇ ਕਰੋ। ਗੁਰਦਾਸ ਮਾਨ ਜੀ ਦਾ ਗਾਣਾ ਮੈਨੂੰ ਬੜਾ ਚੰਗਾ ਲੱਗਦਾ ਹੈ, ਚਾਹੇ ਰੋਟੀ ਸਾਦੀ ਖਾਈਏ ਜੀ, ਚਾਹੇ ਬੂਟ ਪਾਲਸ਼ਾਂ ਕਰੀਏ। ਇੱਕ ਮੈਸੇਜ ਦਿਓ ਕਿ ਬੂਟ ਪਾਲਿਸ਼ ਕਰਨਾ ਵੀ ਕੋਈ ਮਾੜਾ ਕੰਮ ਨਹੀਂ ਹੈ। ਨੀਤ ਮਾੜੀ ਰੱਖਣਾ, ਚਾਹੇ ਜਿਸ ਮਰਜ਼ੀ ਪੋਸਟ ਤੇ ਬਹਿ ਜਾਓ, ਉਹ ਮਾੜਾ। ਇਹ ਲੋਕ ਮਾੜੀ ਨੀਤਾਂ ਦੇ ਲੋਕ ਨੇ। ਆਏ ਦਿਨ ਅਸੀਂ ਦੇਖਦੇ ਹਾਂ ਕਿ ਪੰਜਾਬੀ ਗੀਤਾਂ ਦੇ ਵਿੱਚ ਹਥਿਆਰਾਂ ਨੂੰ ਲੈ ਕੇ ਗੱਲ ਕੀਤੀ ਜਾਂਦੀ ਹੈ, ਲੜਾਈ ਝਗੜੇ ਨੂੰ ਗੱਲ ਕੀਤੀ ਜਾਂਦੀ ਹੈ, ਔਰ ਇਸ ਦੇ ਉੱਤੇ ਕਾਫੀ ਵਿਵਾਦ ਵੀ ਹੁੰਦੇ ਨੇ। 8 ਰਫਲਾਂ ਗੀਤ ਆਇਆ ਸੀ ਮਨਕੀਰਤ ਔਲਖ ਦਾ, ਜਿਹਦੇ ਵਿੱਚ ਉਹਨਾਂ ਨੇ ਅਲੱਗ ਹੀ ਕੁਝ ਗੱਲ ਕਰ ਦਿੱਤੀ। ਉਹਨਾਂ ਨੇ ਵਕੀਲਾਂ ਨੂੰ ਖਾਲੀ ਖੋਖਾ ਦੱਸ ਦਿੱਤਾ। ਤੋਂ ਇਹ ਜਿਹੜੇ ਸ਼ਬਦ ਵਰਤੇ ਗਏ, ਉਹਨਾਂ ਦੇ ਉੱਤੇ ਵਿਵਾਦ ਹੋਇਆ, ਔਰ ਵਿਵਾਦ ਹੋਣ ਤੋਂ ਬਾਅਦ ਜਿਹੜਾ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਵੀ ਕੋਰਟ ਦੇ ਵਿੱਚ ਦਾਇਰ ਹੋਈ, ਜਿਸ ਦੀ ਅੱਜ ਪੇਸ਼ੀ ਸੀਗੀ। ਸੋ ਸੁਨੀਲ ਮੱਲਨ ਜੀ ਸਾਡੇ ਨਾਲ ਐਡਵੋਕੇਟ ਇੱਥੇ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਵੀ ਜੀ, ਔਰ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੱਲਨ ਸਾਹਿਬ, ਪਟੀਸ਼ਨ ਦਾਇਰ ਕੀਤੀ ਤੁਸੀਂ, ਉਸ ਦੇ ਉੱਤੇ ਅੱਜ ਪੇਸ਼ੀ ਵੀ ਸੀਗੀ। ਮਨਕੀਰਤ ਔਲਖ ਇੱਥੇ ਨਹੀਂ ਹੈਗੇ, ਲਿਹਾਜ਼ਾ ਉਹ ਇੱਥੇ ਮੌਜੂਦ ਵੀ ਨਹੀਂ ਹੋਏ ਹੋਣਗੇ, ਪੇਸ਼ੀ ਦੇ ਵਿੱਚ ਆਏ ਵੀ ਨਹੀਂ ਹੋਣਗੇ। ਸੋ ਕੀ ਪਹਿਲਾਂ ਤਾਂ ਕੋਰਟ ਨੇ ਅੱਗੇ ਸੁਣਾਇਆ, ਕੀ ਗੱਲਬਾਤ ਹੋਈ ਹੈ, ਉਸ ਦੇ ਬਾਰੇ ਮੈਂ ਪਬਲਿਕ ਨੂੰ ਪਹਿਲਾਂ ਦੱਸਣਾ ਚਾਹੁੰਦਾ ਕਿ ਜਦੋਂ ਫਸਟ ਹੀਅਰਿੰਗ ਹੁੰਦੀ ਹੈ, ਅਸੀਂ ਕੱਲ੍ਹ ਕੇਸ ਫਾਈਲ ਕੀਤਾ ਸੀ। ਕੱਲ੍ਹ ਕੇਸ ਫਾਈਲ ਕਰਨ ਤੋਂ ਬਾਅਦ ਅੱਜ ਫਸਟ ਡੇ ਸੀ। ਅੱਜ ਮੇਰਾ ਕੇਸ ਖਾਰਜ ਵੀ ਕੀਤਾ ਜਾ ਸਕਦਾ ਸੀ ਔਨ ਲੀਗਲ ਗਰਾਊਂਡਸ, ਜਾਂ ਮੈਨੂੰ ਵਾਪਸ ਵੀ ਲੈਣਾ ਪੈ ਸਕਦਾ ਸੀ, ਤੇ ਇਹਦੇ ਤੇ ਐਡਮਿਟ ਵੀ ਹੋ ਸਕਦਾ ਸੀ। ਸੋ ਐਡਮਿਸ਼ਨ ਫੇਸ ਤੇ ਸੀਗਾ, ਜਿਹਨੂੰ ਆਪਾਂ ਕੰਸੀਡਰੇਸ਼ਨ ਦੀ ਫੇਸ ਕਹਿੰਦੇ ਆ। ਸੋ ਮਾਨਯੋਗ ਅਦਾਲਤ ਨੇ ਇਹਨੂੰ ਕੰਸੀਡਰ ਕੀਤਾ। ਉਹਨਾਂ ਨੇ ਸੋਚਿਆ ਕਿ ਯੈਸ ਇਹ ਕੇਸ ਬਣਦਾ ਹੈ, ਸੋ ਉਹਨੂੰ ਕੰਸੀਡਰ ਕਰਕੇ ਅਲਾਓ ਕੀਤਾ। ਅਲਾਓ ਕਰਨ ਤੋਂ ਬਾਅਦ ਅਗਲਾ ਸਟੈਪ ਹੁੰਦਾ ਨੋਟਿਸ ਦੇਣਾ, ਦੂਜੀ ਪਾਰਟੀ ਨੂੰ ਇੰਟੀਮੇਟ ਕਰਨਾ। ਫਿਰ ਦੂਜੀ ਪਾਰਟੀ ਨੂੰ ਨੋਟਿਸ ਦਿੱਤਾ ਗਿਆ, ਨੋਟਿਸ ਭੇਜਿਆ। ਹੁਣ ਅੱਜ ਨੋਟਿਸ ਦੇ ਉੱਤੇ ਅੱਗੋਂ ਅਗਲੀ ਡੇਟ 8 ਸਤੰਬਰ 2022 ਦੀ ਪੈ ਗਈ ਹੈ। ਸੋ 8 ਸਤੰਬਰ ਵਾਸਤੇ ਦੂਜੀ ਪਾਰਟੀਆਂ ਨੂੰ, ਜਿੰਨੇ ਵੀ ਮੈਚ ਪਾਰਟੀਆਂ ਬਣਾਈਆਂ ਸੀ, ਉਹ ਸਮਨਿੰਗ ਹੋ ਗਈ ਉਹਨਾਂ ਨੂੰ। ਹੁਣ ਕੋਰਟ ਦੇ ਥਰੂ ਸਮਨ ਜਾਣਗੇ। ਜਾਣ ਤੋਂ ਬਾਅਦ ਹੁਣ ਕੋਰਟ 'ਚ ਆਉਂਦੇ ਆ ਨਹੀਂ ਆਉਂਦੇ, ਕੀ ਬਣਦਾ ਹੈ, ਦੈਟ ਟਾਈਮ ਵਿਲ ਟੈਲ। ਜੀ ਮੱਲਨ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਕੋਰਟ ਨੇ ਕੰਸੀਡਰ ਕਰ ਲਿਆ, ਇਸ ਨੂੰ ਕੇਸ ਮੰਨਿਆ, ਔਰ ਮਾਨਯੋਗ ਅਦਾਲਤ ਜਦੋਂ ਕਹਿੰਦੀ ਹੈ ਤਾਂ ਵਾਕਈ ਉਹ ਮਾਮਲਾ ਹੈ। ਸੋ ਇਦਾਂ ਦੇ ਜਦੋਂ ਲਿਰਿਕਸ ਲਿਖੇ ਜਾਂਦੇ ਨੇ ਤਾਂ ਵੈਸੇ ਤੇ ਸੂਝਵਾਨ ਲੋਕ ਹੁੰਦੇ ਨੇ ਜੋ ਲਿਰਿਕਸ ਲਿਖਦੇ ਨੇ, ਗੀਤ ਗਾਉਂਦੇ ਨੇ, ਪਰ ਫਿਰ ਵੀ ਤੁਹਾਨੂੰ ਕਿਉਂ ਲੱਗਦਾ ਹੈ ਕਿ ਲਗਾਤਾਰ ਨੌਕ ਕਰਨ ਦੇ ਬਾਵਜੂਦ, ਕਿਉਂਕਿ ਪਹਿਲਾਂ ਤੁਸੀਂ ਸਿੱਧੂ ਮੂਸੇਵਾਲਾ ਦੇ ਗੀਤ ਸੰਜੂ ਦੇ ਉੱਤੇ ਵੀ ਫਾਈਲ ਕੀਤਾ ਸੀਗਾ ਇਦਾਂ ਦਾ ਮਾਮਲਾ, ਤੇ ਉਸ ਤੋਂ ਬਾਵਜੂਦ ਜਿਹੜੇ ਇਦਾਂ ਦੇ ਗੀਤ ਜਿਹੜੇ ਲਗਾਤਾਰ ਚੱਲਣ ਦੇ ਵਿੱਚ ਹੈਗੇ ਨੇ ਔਰ ਉਹਦੇ ਉੱਤੇ ਕੋਈ ਰੋਕ ਨਹੀਂ ਕਰਦੇ, ਤਾਂ ਕਿਉਂ ਤੁਹਾਨੂੰ ਲੱਗਦਾ ਹੈ ਕਿ ਇਹ ਵਰਗ ਜਿਹੜਾ ਹੈ, ਗਾਇਕੀ ਦਾ ਵਰਗ ਹੈ, ਜਿਹੜੇ ਲਿਰਿਸਿਸਟ ਨੇ, ਉਹ ਇਸ ਗੱਲ ਨੂੰ ਕਿਉਂ ਨਹੀਂ ਸਮਝ ਰਹੇ, ਇਸ ਸੰਜੀਦਾ ਮਸਲੇ ਨੂੰ ਕਿਉਂ ਅੰਡਰਸਟੈਂਡ ਨਹੀਂ ਕਰ ਰਹੇ? ਦੇਖੋ, ਇੱਕ ਜਦੋਂ ਸ਼ਾਰਟਕਟ, ਇੱਕ ਲਾਲਚ, ਇੱਕ ਬੇਈਮਾਨੀ, ਔਰ ਸਭ ਤੋਂ ਵੱਡੀ ਗੱਲ ਕਿ ਮਾਂ ਪਿਓ ਨੇ ਅਕਲ ਨਾ ਦਿੱਤੀ ਹੋਵੇ ਨਾ, ਉਹ ਲੋਕ ਇਹੋ ਜਿਹੀ ਹਰਕਤਾਂ ਕਰਦੇ ਆ। ਜਿਹੜੇ ਥੋੜ ਦਿਲੇ ਜਾਂ ਇਹੋ ਜਿਹੇ ਘਟੀਆ ਲੋਕ ਇਹ ਕੰਮ ਕਰਦੇ ਆ ਕਿ ਸ਼ਾਰਟਕਟ ਨਾਲ ਪੈਸਾ ਕਮਾਉਣਾ। ਇਹ ਅਸੂਲਨ ਗਲਤ ਹੈ। ਮਰਿਆਦਾ 'ਚ ਰਹਿ ਕੇ ਪੈਸੇ ਕਮਾਓ, ਜਿੰਨੇ ਮਰਜ਼ੀ ਕਮਾਓ, ਸਾਨੂੰ ਖੁਸ਼ੀ ਹੈ। ਸਾਡੇ ਪੰਜਾਬ 'ਚ ਪੈਸਾ ਆਊਗਾ, ਪੰਜਾਬ ਦੀ ਕਿਤੇ ਤਰੱਕੀ ਤੇ ਲੱਗੂਗਾ, ਕੋਈ ਤੁਸੀਂ ਬਿਲਡਿੰਗ ਖਰੀਦੋਗੇ, ਪੈਸਾ ਰੋਟੇਟ ਹੋਏਗਾ, ਚੰਗੀ ਗੱਲ ਹੈ, ਇਕੋਨਮੀ ਮੂਵ ਕਰੇਗੀ। ਬਟ ਇੱਕ ਅੱਧੇ ਨੂੰ ਹੁਣ ਨਕੇਲ ਪੈ ਜਾਏਗੀ, 1 2 3 4 ਨੂੰ ਜਿਹੜੇ ਵੀ ਮੇਰੇ ਇਸ ਵੇਲੇ ਟਾਰਗੇਟ ਤੇ ਨੇ। ਜਦੋਂ ਜਦੋਂ ਉਹਨਾਂ ਨੂੰ ਨਕੇਲ ਪਏਗੀ, ਕੋਰਟ 'ਚ ਆਉਣਾ ਪਿਆ ਕਰੇਗਾ, ਪੇਸ਼ੀ ਫਿਕਸ ਹੋਏਗੀ, ਤੇ ਆਪਣੇ ਆਪ 'ਚ ਹੀ ਕੋਰਟ 'ਚ ਆਉਣਾ ਵੀ ਇੱਕ ਡਰ ਹੈ। ਲੱਗਦਾ ਲੋਕਾਂ ਨੂੰ, ਅਸੀਂ ਤਾਂ ਚਲੋ ਪੇਸ਼ੇ ਤੋਂ ਆ, ਪਰ ਮੇਰੇ ਪੱਲੇ ਇਕੱਲੇ ਤੇ ਵੀ ਕੇਸ ਪੈ ਜਾਏ ਨਾ, ਸੁਨੀਲ ਮੱਲਨ ਤੇ ਪੈ ਜਾਏ, ਤੇ ਮੈਨੂੰ ਵੀ ਡਰ ਲੱਗੇਗਾ ਕੋਰਟ 'ਚ ਆਉਣ ਤੋਂ, ਕਿਉਂਕਿ ਕੋਰਟ ਕੋਲ ਅਨਲਿਮਿਟਿਡ ਪਾਵਰਸ ਨੇ। ਸੋ ਜਦੋਂ ਇੱਕ ਅੱਧੀ ਵਾਰੀ ਇੱਕ ਅੱਧੇ ਨੂੰ ਅਕਲ ਆ ਜਾਏਗੀ, ਉਹਦਾ ਤੁਹਾਡਾ ਮੀਡੀਆ ਦੇ ਥਰੂ ਉਹਦੇ ਤੱਕ ਮੈਸੇਜ ਪਹੁੰਚੇਗਾ, ਪਬਲਿਕ ਤੱਕ, ਸੋ ਇਹਨਾਂ ਨੂੰ ਨਕੇਲ ਪਏਗੀ। ਅਸੀਂ ਬਹੁਤ ਪਹਿਲਾਂ ਗੀਤ ਸੁਣਿਆ ਸੀਗਾ, ਕਚਹਿਰੀਆਂ 'ਚ ਮੇਲੇ ਲੱਗਦੇ ਜਦੋਂ ਪੈਂਦੀ ਹੈ ਤਰੀਕ ਕਿਸੇ ਜੱਟ ਦੀ। ਸੋ ਅਗਰ ਮਨਕੀਰਤ ਔਲਖ ਦੀ ਵੀ ਗੱਲ ਕਰੀਏ, ਸੋ ਉਹਨਾਂ ਦੇ ਉੱਤੇ ਪਹਿਲਾਂ ਵੀ ਕੁਝ ਮਾਮਲੇ ਨੇ, ਸੋ ਇੱਕ ਅੱਧਾ ਕੇਸ ਹੋਰ ਹੋ ਜਾਏਗਾ। ਤੁਸੀਂ ਕਹਿ ਰਹੇ ਹੋ ਕਿ ਬੜਾ ਡਰ ਹੁੰਦਾ, ਤਾਂ ਤੁਹਾਨੂੰ ਲੱਗਦਾ ਹੈ ਕਿ ਵਾਕਈ ਇਸ ਚੀਜ਼ ਦਾ ਡਰ ਬਣੇਗਾ? ਕੈਨੇਡਾ ਤਾਂ ਹੀ ਭੱਜ ਗਿਆ। ਜੇ ਡਰ ਨਾ ਹੁੰਦਾ, ਇੰਡੀਆ ਹੁੰਦਾ ਸਾਹਮਣੇ ਆਉਂਦਾ। AGTF ਦੀ ਜਦੋਂ ਰਿਪੋਰਟ ਹਲਕੀ ਜੀ ਆਈ ਆ, ਤੇ
ਮਿੰਟ ਨਹੀਂ ਲਾਇਆ ਪੂਛ ਨੱਪ ਕੇ ਨੱਪਣ ਭੱਜਣ ਨੂੰ। ਸੋ ਇਹਦਾ ਮਤਲਬ ਡਰ ਹੈਗਾ। ਇਹ ਸਿਰਫ ਸਟੇਜਾਂ 'ਤੇ ਖਲੋ ਕੇ ਬੰਦੂਕਾਂ ਵਿਖਾ ਕੇ ਥਾਪੀਆਂ ਮਾਰ ਕੇ ਸ਼ੋਅ ਕਰ ਸਕਦੇ ਨੇ ਆਪਣੇ ਆਪ। ਤੁਹਾਡੇ ਕਹਿਣ ਦਾ ਮਤਲਬ ਜੋ ਗੀਤਾਂ ਦੇ ਵਿੱਚ ਟਸ਼ਨ ਦਿਖਾਇਆ ਜਾਂਦਾ ਅਸਲੀਅਤ ਉਹ ਨਹੀਂ ਹੈ। ਤੁਹਾਡੇ ਸਾਹਮਣੇ ਆ, ਨੋਟਿਸ ਦਿੱਤਾ ਸੀ, ਫਿਰ ਪਿਓ ਦਾ ਪੁੱਤ ਆਉਂਦਾ ਨਾ ਸਾਹਮਣੇ, ਆਉਂਦਾ ਤਰੀਕ ਭੁਗਤਦਾ ਕੰਮ ਕਰਦਾ, ਫਿਰ ਉਹਨੂੰ ਸਮਝ ਵੀ ਲੱਗਦੀ ਕਿ ਹਾਂ ਬਈ ਤੂੰ ਸੱਚੀ ਮੁੱਚੀ ਕੁਝ ਹੈ ਤੇਰੇ ਪੱਲੇ ਤਾਂ ਕੁਝ ਹੈ ਨਹੀਂਗਾ। ਸੋ ਗੀਤਾਂ ਦੇ ਵਿੱਚ ਇਹ ਚੀਜ਼ਾਂ ਦਿਖਾਈ ਦਿੰਦੀਆਂ ਨੇ ਔਰ ਜਦੋਂ ਗੀਤਕਾਰਾਂ ਨੂੰ ਇਹ ਗੱਲ ਪੁੱਛੀ ਜਾਂਦੀ ਹੈ, ਗਾਇਕਾਂ ਨੂੰ ਪੁੱਛੀ ਜਾਂਦੀ ਹੈ ਤਾਂ ਉਹ ਕਹਿੰਦੇ ਕਿ ਅਸੀਂ ਨਾ ਸਮਾਜ ਦੀ ਤਸਵੀਰ ਦਿਖਾ ਰਹੇ ਹਾਂ, ਜੋ ਅਸੀਂ ਦੇਖਦੇ ਹਾਂ ਉਹ ਅਸੀਂ ਬਿਆਨ ਕਰ ਦਿੰਦੇ ਹਾਂ, ਕਿਉਂਕਿ ਬਾਹਰ ਇਹ ਸਭ ਕੁਝ ਚੱਲ ਰਿਹਾ ਪਰ ਅਸੀਂ ਦੇਖ ਵੀ ਰਹੇ ਹਾਂ ਕਿ ਹਰ ਥਾਂ ਦੇ ਉੱਤੇ ਕਿਤੇ ਫਾਇਰ ਹੋ ਜਾਂਦਾ, ਕਿਤੇ ਗੋਲੀ ਚੱਲ ਜਾਂਦੀ ਹੈ, ਲੋਕਾਂ ਨੇ ਬਹੁਤ ਨਜਾਇਜ਼ ਹਥਿਆਰ ਵੀ ਰੱਖਿਆ। ਔਰ ਪੰਜਾਬ ਦੇ ਵਿੱਚ ਅਗਰ ਗੱਲ ਕਰੀਏ ਤਾਂ ਇਸ ਨੂੰ ਕਲਚਰ ਮੰਨਿਆ ਜਾਂਦਾ, ਤਾਂ ਤੁਸੀਂ ਇਸ ਨੂੰ ਕਿਵੇਂ ਲੈਂਦੇ ਹੋ ਮਲਨ ਸਾਹਿਬ? ਨਹੀਂ ਮਤਲਬ ਇਹਨਾਂ ਨੂੰ ਲਾਇਸੈਂਸ ਮਿਲਿਆ ਇਹ ਗੱਲਾਂ ਦੱਸਣ ਦਾ? ਦੇ ਆਰ ਓਨਲੀ ਐਂਟਰਟੇਨਰਸ। ਉਹਦੇ ਵਾਸਤੇ ਸਾਡੀ ਪੁਲਿਸ ਏਜੰਸੀ, ਸਾਡੀ STF, ਸਾਡੇ ਹੋਰ ਇਨਵੈਸਟੀਗੇਸ਼ਨ ਏਜੰਸੀਜ਼ ਨੇ ਜਿਹੜੀਆਂ ਇਸ ਚੀਜ਼ ਨੂੰ ਮੋਨੀਟਰ ਕਰਨ ਤੇ, ਔਰ ਵਕੀਲ ਕਮਿਊਨਿਟੀ ਹੈ ਜਿਹੜੀ ਸਾਡੇ ਵਰਗੀ ਵਿਸਲ ਵਜਾਉਂਦੀ ਹੈ। ਇਹਨਾਂ ਕੋਲ ਕੋਈ ਲਾਇਸੈਂਸ ਨਹੀਂ ਹੈ ਸਿਵਾਏ ਨੱਚਣ ਤੋਂ, ਗਾਣ ਤੋਂ ਤੇ ਨੱਚਣ ਤੋਂ। ਔਰ ਇਹ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਚੰਗਾ ਗਾਉਂਦੇ ਸੀ, ਸਾਡੇ ਘਰਾਂ 'ਚ ਭੰਡ ਆਉਂਦੇ ਹੁੰਦੇ ਸੀ ਵਿਆਹਾਂ ਤੇ, ਔਰ ਉਹ ਪੂਰੀ ਫੈਮਿਲੀ ਨਾਲ ਬਹਿ ਕੇ ਅਸੀਂ ਉਹਨਾਂ ਦਾ ਮਜ਼ਾਕ ਵੀ ਸੁਣਦੇ ਸੀ, ਉਹਨਾਂ ਦੇ ਗਾਣੇ ਵੀ ਸੁਣਦੇ ਸੀ। ਮੈਨੂੰ ਅੱਜ ਵੀ ਯਾਦ ਹੈ, ਨਿੱਕੇ ਹੁੰਦੇ ਆ ਸਾਡੇ ਘਰੇ ਭੰਡ ਆਏ ਤੇ ਉਹ ਕਹਿੰਦਾ ਜੀ ਮੈਂ ਅੰਗਰੇਜ਼ੀ 'ਚ, ਮੈਨੂੰ ਇੱਕ ਕੁੜੀ ਮਿਲ ਗਈ, ਉਹਨਾਂ ਮੇਰੇ ਨਾਲ ਅੰਗਰੇਜ਼ੀ ਬੋਲੀ। ਕਹਿੰਦਾ ਕੀ ਬੋਲੀ? ਕਹਿੰਦਾ ਉਹਨੇ ਕਿਹਾ ਐਣੀ ਮੈਣੀ ਕਹਿਣੀ। ਤੇ ਕਹਿੰਦਾ ਮੈਂ ਕਹਿੰਦਾ ਤੂੰ ਕੀ ਜਵਾਬ ਦਿੱਤਾ? ਕਹਿੰਦਾ ਮੈਂ ਕੀ ਕਹਿਣਾ ਸੀ, ਮੈਂ ਵੀ ਕਹਿਤਾ ਮੈਂ ਨਹੀਂ ਮੂਲੀ ਖਾਣੀ। ਸੋ ਇੱਕ ਬੜਾ ਲਾਈਟ ਜਿਹਾ, ਵੇਖੋ ਕੋਈ ਇਹਦੇ 'ਚ ਗੰਦੀ ਗੱਲ ਨਹੀਂ, ਕੋਈ ਕੁਛ ਨਹੀਂ, ਪਰ ਹੱਸ ਕੇ ਸਾਰਾ ਟੱਬਰ ਤੁਹਾਡਾ ਵੀ ਹਾਸਾ ਨਿਕਲ ਗਿਆ। ਸੋ ਜੈਨੂਇਨ ਜਿਹਾ ਕੰਮ ਕਰਦੇ ਸੀ। ਇਹ ਤੇ ਪਤਾ ਨਹੀਂ ਕਿਹੜੀ ਮਿੱਟੀ ਤੇ ਜੰਮੇ ਨੇ। ਮਤਲਬ ਇਹ ਐਂਟਰਟੇਨ ਨਹੀਂ ਹੈਗਾ, ਐਂਟਰਟੇਨ ਨਹੀਂ ਹੈ, ਇਹ ਤੇ ਗੁਸਤਾਖੀ ਹੈ। ਤੁਸੀਂ ਸੁਸਾਇਟੀ ਨੂੰ ਮੈਸੇਜ ਕੀ ਦਿੰਦੇ ਪਏ ਹੋ? ਅਮਿਤਾਭ ਬੱਚਨ ਨੇ ਇੱਕ ਐਡ ਕੀਤੀ ਸੀ, ਉਹਨੂੰ ਨੋਟਿਸ ਪਾਤਾ ਸੀ ਅਸੀਂ, ਤੇ ਮੁੜ ਕੇ ਉਹਨੇ ਐਡ ਦੇਣੀ ਬੰਦ ਕਰਤੀ ਸੀ। ਨੋ ਡਾਊਟ ਇਹ ਲੋਕ ਪਿਕਚਰਾਈਜ਼ ਕਰਕੇ ਆਪਣੇ ਆਪ ਨੂੰ ਆਪਣੀ ਪਬਲਿਕ ਨੂੰ ਇਨਫਲੂਐਂਸ ਕਰਦੇ ਨੇ। ਜਦੋਂ ਪਬਲਿਕ ਇਹਨਾਂ ਤੋਂ ਇਨਫਲੂਐਂਸ ਹੁੰਦੀ ਹੈ ਮੀਨਸ ਉਹਦੇ ਵਰਗੀ ਕੋਈ ਹਰਕਤ ਕਰਦੀ ਹੈ। ਹੁਣ ਉਹ ਜਰਦਾ ਲਾ ਕੇ ਬੰਦਾ ਇਹੋ ਜਿਹਾ ਗਾਣਾ ਸੁਣੇ ਤੇ ਉਹਦਾ ਵੀ ਜੀ ਕਰਨਾ ਮੈਂ 2 ਫਾਇਰ ਕੱਢਾਂ। ਉਹਨੇ ਕਿਸੇ ਦੀ ਖੋਹ ਕੇ 2 ਫਾਇਰ ਕੱਢ ਲੈਣੇ ਆ, ਉਹ ਕਿਤੇ ਨਾ ਕਿਤੇ ਵੱਜਣੇ, ਫਿਰ ਉਹਨੂੰ ਉਹਦੀ ਕੌਨਸੀਕੁਐਂਸਿਸ ਨਹੀਂ ਪਤਾ। ਯਾਦ ਹੈ ਇੱਕ ਸ਼ਕਤੀਮਾਨ ਕੇ ਪਤਾ ਨਹੀਂ ਕਿਹੜਾ ਡਰਾਮਾ ਆਉਂਦਾ ਹੁੰਦਾ ਸੀ, ਉਦੋਂ ਅਖਬਾਰਾਂ 'ਚ ਖਬਰਾਂ ਆਈਆਂ ਸੀ ਕਿ ਬੱਚਿਆਂ ਨੂੰ ਸ਼ਕਤੀਮਾਨ ਦੇ ਚੱਕਰ 'ਚ ਕੋਠੇ ਛਾਲ ਮਾਰਤੀ। ਸੋ ਥਿੰਗਸ ਹੂ ਇੰਪੈਕਟ ਸਮਬਡੀ, ਖਾਸ ਕਰਕੇ ਮਾਈਂਡ, ਆਰ ਵੈਰੀ ਡੇਂਜਰਸ। ਜੇ ਤੁਸੀਂ ਇੰਪੈਕਟ ਕਰਨਾ ਹੈ ਤੇ ਮਿਹਨਤ ਵਾਲੇ ਪਾਸੇ ਕਰੋ। ਗੁਰਦਾਸ ਮਾਨ ਜੀ ਦਾ ਗਾਣਾ ਮੈਨੂੰ ਬੜਾ ਚੰਗਾ ਲੱਗਦਾ ਹੈ, ਚਾਹੇ ਰੋਟੀ ਸਾਦੀ ਖਾਈਏ ਜੀ, ਚਾਹੇ ਬੂਟ ਪਾਲਸ਼ਾਂ ਕਰੀਏ। ਇੱਕ ਮੈਸੇਜ ਦਿਓ ਕਿ ਬੂਟ ਪਾਲਿਸ਼ ਕਰਨਾ ਵੀ ਕੋਈ ਮਾੜਾ ਕੰਮ ਨਹੀਂ ਹੈ, ਨੀਤ ਮਾੜੀ ਰੱਖਣਾ, ਚਾਹੇ ਜਿਸ ਮਰਜ਼ੀ ਪੋਸਟ ਤੇ ਬਹਿ ਜਾਓ, ਉਹ ਮਾੜਾ। ਇਹ ਲੋਕ ਮਾੜੀ ਨੀਤਾਂ ਦੇ ਲੋਕ ਨੇ। ਹੁਣ ਜਿਵੇਂ ਕਿ ਅਗਲੀ ਤਰੀਕ ਜਿਹੜੀ ਹੈਗੀ 8 ਸਤੰਬਰ ਜਿਹੜੀ ਹੈ ਦਿੱਤੀ ਗਈ ਹੈ, ਔਰ ਅਗਰ ਮਨਕੀਰਤ ਔਲਖ ਵੱਲੋਂ ਇਸ ਦੇ ਉੱਤੇ ਕੋਈ ਰਿਪਲਾਈ ਨਹੀਂ ਹੁੰਦਾ ਜਾਂ ਉਹ ਨਹੀਂ ਆਉਂਦੇ, ਸੋ ਕਿਸ ਤਰੀਕੇ ਦੇ ਨਾਲ ਅਗਲੀ ਪੈਰਵੀ ਹੋਏਗੀ ਇਸ ਦੀ? ਦੇਖੋ ਅਗਲੀ ਪੈਰਵਾਈ 'ਚ ਮਾਨਯੋਗ ਅਦਾਲਤ ਇੱਕ ਨੋਟਿਸ ਹੋਰ ਭੇਜੇਗੀ, ਚਾਹੇ ਪਬਲੀਕੇਸ਼ਨ ਕਰਾਵੇ, ਚਾਹੇ ਦਸਤੀ ਸੰਬੰਧ ਦਾ ਆਰਡਰ ਕਰੇ, ਕੁਝ ਵੀ ਕਰੇ। ਸੋ ਉਹਦਾ ਪ੍ਰੋਸੀਜਰ ਚੱਲਿਆ ਜਾਏਗਾ। ਮਤਲਬ ਪੰਜਾਬੀ 'ਚ ਕਹਾਂ ਤਾਂ ਪੂਰਾ ਮੌਕਾ ਦਿੱਤਾ ਜਾਏਗਾ ਵੀ ਆਓ ਜੀ। ਨਹੀਂ ਆਉਂਦੇ ਚਾਹੇ ਵਕੀਲ ਦੇ ਥਰੂ ਚਾਹੇ ਆਪ, ਤੇ ਫਿਰ ਜਿਹੜਾ ਨਹੀਂ ਆਏਗਾ ਉਹਨੂੰ ਐਕਸ ਪਾਰਟੀ ਘੋਸ਼ਿਤ ਕਰਤਾ ਜਾਏਗਾ। ਕੀ ਸ਼ਿਕਾਇਤਾਂ ਤੁਹਾਡੇ ਵੱਲੋਂ ਜਿਹੜੀਆਂ ਨੇ ਫਾਈਲ ਦੇ ਵਿੱਚ ਪਾਈਆਂ ਗਈਆਂ? ਮੈਂ ਤੇ ਬੜੀ ਲੰਬੀ ਚੌੜੀ ਹੈ ਸ਼ਿਕਾਇਤਾਂ, ਔਰ ਉਹਦੇ 'ਚ ਮੈਂ ਇਹਨਾਂ ਦੇ ਖਿਲਾਫ FIR ਮੰਗੀ ਹੈ ਕਿ ਇਹਨਾਂ ਦੇ ਖਿਲਾਫ FIR ਕੀਤੀ ਜਾਵੇ। ਦੇਸ਼ ਧਰੋਹ ਦਾ ਮੁਕੱਦਮਾ ਵੀ ਮੰਗਿਆ ਕਿ ਇਹੋ ਜਿਹੀਆਂ ਹਰਕਤਾਂ ਕਰਕੇ ਸਾਡੇ ਕੰਟਰੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸ਼ਾਇਦ ਵਕੀਲ ਬੜੇ ਮਾੜੇ ਹੁੰਦੇ ਨੇ ਇੱਥੇ। ਜਿਵੇਂ ਦੇਖੋ ਨਾ ਉੜਤਾ ਪੰਜਾਬ ਫਿਲਮ ਆਈ, ਮੈਂ ਬੰਬੇ ਗਿਆ, ਉਹ ਮੈਨੂੰ ਵੀ ਪੰਜਾਬੀ ਹੋਣ ਦੇ ਨਾਤੇ ਉਸ ਨਜ਼ਰ ਨਾਲ ਵੇਖਣ ਵੀ ਇਹ ਵੀ ਸਮੈਕੇ ਹੀ ਹੋਣਾ, ਇਹ ਵੀ ਚਿੱਟਾ ਪੀਂਦਾ ਹੋਣਾ। ਸੋ ਉਹਨਾਂ ਨੂੰ ਸਮਝਾਉਣਾ ਔਖਾ ਹੋ ਗਿਆ ਸਾਡੇ ਲਈ। ਮਤਲਬ ਫੋਰਮ 'ਚ ਬੈਠੇ ਆ, ਉਹ ਕਹਿੰਦਾ ਤੁਹਾਡੇ ਪੰਜਾਬ 'ਚ ਬਹੁਤ ਚਿੱਟਾ ਚੱਲਦਾ। ਇਹਦਾ ਮਤਲਬ ਹੁਣ ਪ੍ਰੈਕਟੀਕਲੀ ਕਹਾਂ ਤਾਂ 2-3%, 4%, 5% ਹੈਗਾ। ਅਸੀਂ ਵੀ ਮੰਨਦੇ ਹਾਂ, ਪੁਲਿਸ ਨੂੰ ਪਤਾ, ਡਿਪਾਰਟਮੈਂਟਾਂ ਨੂੰ ਪਤਾ, ਬਟ ਵਾਟ ਐਲਸ? ਇਹਦੇ ਨਾਲ ਇਹ ਇੰਪ੍ਰੈਸ਼ਨ ਜਿਹੜੇ ਮਾੜੇ ਹੁੰਦੇ ਨਾ, ਇਹ ਸਾਨੂੰ ਤੰਗ ਕਰਦੇ ਨੇ। ਯਾਰ ਤੁਹਾਡੇ ਮਾਮਲੇ ਨਾਲ ਜੁੜੀ ਗੱਲ ਨਹੀਂ ਹੈਗੀ, ਪਰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਬਾਲੀਵੁੱਡ ਫਿਲਮਾਂ ਦੇ ਵਿੱਚ ਵੀ ਦਿਖਾਇਆ ਜਾਂਦਾ, ਗੁੱਡ ਲੱਕ ਜੈਰੀ ਆਈ ਆ, ਉਸ ਦੇ ਵਿੱਚ ਤੇ ਬਹੁਤ ਜ਼ਿਆਦਾ ਖੁੱਲ੍ਹ ਕੇ ਦਿਖਾਇਆ ਗਿਆ। ਕਈ ਸਵਾਲ ਵੀ ਖੜੇ ਹੋਏ ਇੱਥੇ ਤੱਕ, ਜਿਹੜਾ ਹੈ ਕਿ ਇਸ ਗੱਲ ਦੇ ਉੱਤੇ ਸਵਾਲ ਕੀਤੇ ਵੀ ਗਏ ਕਿ ਇੱਦਾਂ ਕਿਉਂਕਿ ਪੂਰਾ ਪੰਜਾਬ ਦੇ ਵਿੱਚ ਦਿਖਾ ਰਹੇ ਕਿ ਇੰਨਾ ਜ਼ਿਆਦਾ ਜਿਹੜਾ ਬਿਜ਼ਨਸ ਚੱਲ ਰਿਹਾ ਨਸ਼ੇ ਦਾ। ਸੋ ਉਸ ਬਾਰੇ ਕੀ ਸੋਚਦੇ ਹੋ ਤੁਸੀਂ? ਇਹ ਤੇ ਚੀਜ਼ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ, ਪੰਜਾਬ ਨੂੰ ਲਗਾਤਾਰ ਹੀ ਟਾਰਗੇਟ ਕਰ ਰਹੀ ਹੈ। ਦੇਖੋ ਇਸ ਤਰ੍ਹਾਂ ਕਿ ਇਹ ਨਾ ਬੜੀਆਂ ਵੱਡੀਆਂ ਗੇਮਾਂ, ਔਰ ਇਹ ਵੱਡੀਆਂ ਗੇਮਾਂ ਜਿਹੜੀਆਂ ਇਹ ਸਾਡੇ ਤੁਹਾਡੀ ਸੋਚ ਤੋਂ ਗਾਂਹ ਦੀਆਂ ਚੀਜ਼ਾਂ ਨੇ। ਕਈ ਸੰਤਰੀ ਮੰਤਰੀ ਤੰਤਰੀ ਇਨਵੋਲਵ ਨੇ ਇਹੋ ਜਿਹੇ ਬਿਗ ਸ਼ੋਜ਼ ਵਿੱਚ,
ਸੋ ਧੀਰੇ ਧੀਰੇ ਕੰਟਰੋਲ 'ਚ ਆ ਜਾਏਗਾ ਜੀ, ਕੋਈ ਔਖਾ ਕੰਮ ਨਹੀਂ ਹੈ। ਆਖਰੀ ਚੀਜ਼ ਪੁੱਛਾਂਗਾ ਤੁਹਾਡੇ ਤੋਂ, ਜਿਵੇਂ ਕਿ YouTube ਦੇ ਉੱਤੇ ਸਪੈਸ਼ਲੀ ਜਿਹੜਾ ਕੰਟੈਂਟ ਜਾਂ ਵੈਬ ਦੇ ਉੱਤੇ ਜਿਹੜਾ ਰਿਲੀਜ਼ ਹੁੰਦਾ ਉਹਦੇ ਉੱਤੇ ਸੈਂਸਰ ਐਪਲੀਕੇਬਲ ਨਹੀਂ ਹੁੰਦਾ। ਜਿਵੇਂ ਅਸੀਂ ਦੇਖਦੇ ਹਾਂ ਕਿ ਅਗਰ ਕੋਈ ਵੀ ਗਾਣਾ ਟੀਵੀ ਦੇ ਉੱਤੇ ਦਿਖਾਣਾ ਹੈ ਜਾਂ ਫਿਰ ਕਿਸੇ ਹੋਰ ਇਦਾਂ ਦੇ ਆਡੀਓ ਪਲੇਟਫਾਰਮ ਦੇ ਉੱਤੇ ਵੀ ਦੇਣਾ ਤਾਂ ਉਹਦੇ ਲਈ ਸੈਂਸਰ ਸਰਟੀਫਿਕੇਟ ਲੱਗਦਾ ਹੈ। ਬਟ ਆਨਲਾਈਨ YouTube ਦੇ ਉੱਤੇ ਇੱਕ ਜਿਹੜੀ ਹੈ ਫਰੀडम ਹੈਗੀ ਹੈ, ਫੇਸਬੁੱਕ ਦੇ ਉੱਤੇ ਹੈਗੀ ਹੈ। ਸੋ ਉਸ ਨੂੰ ਕੰਟਰੋਲ ਕਰਨ ਦੇ ਲਈ ਵੀ ਕੀ ਕੋਈ ਕਾਰਵਾਈ ਚੱਲ ਰਹੀ ਹੈ? ਕੁਝ ਫਿਊਚਰ ਦੇ ਵਿੱਚ ਹੋ ਸਕਦੀਆਂ ਚੀਜ਼ਾਂ? ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਬੇਸ਼ੱਕ ਸੈਂਸਰ ਬੋਰਡ ਨਹੀਂ ਹੈ, ਪਰ YouTube ਦੀਆਂ ਆਪਣੀਆਂ ਰਿਸਟ੍ਰਿਕਸ਼ਨਸ, ਫੇਸਬੁੱਕ ਦੀਆਂ ਆਪਣੀਆਂ ਰਿਸਟ੍ਰਿਕਸ਼ਨਸ ਬਹੁਤ ਸਾਰੀਆਂ ਨੇ। ਤੁਸੀਂ ਕੋਈ ਨਿਊਡ ਲੜਕੀ ਲੜਕਾ ਨਹੀਂ ਦਿਖਾ ਸਕਦੇ, ਤੁਸੀਂ ਕੋਈ ਇਹੋ ਜਿਹੀ ਚੀਜ਼ ਨਹੀਂ ਦਿਖਾ ਸਕਦੇ, ਉਹਦੇ ਤੁਹਾਨੂੰ ਬਲਰ ਬਾਵਜੂਦ ਵੀ ਬੜਾ ਕੁਝ ਦੇਖਣ ਨੂੰ ਮਿਲ ਰਿਹਾ। ਦੱਸ ਰਿਹਾ ਨਾ, ਉਹ ਫਿਰ ਬੈਨ ਵੀ ਹੋ ਜਾਂਦਾ ਉਨੀ ਜਲਦੀ। ਮੰਨ ਲਓ ਮੈਂ ਤੁਹਾਡਾ ਕੋਈ ਜਿਹੜਾ ਗਾਣਾ ਆਲਰੇਡੀ ਕਾਪੀਰਾਈਟ ਹੈ ਉਹ ਮੈਂ ਆਪਣੇ ਗਾਣੇ ਬੈਕਗਰਾਊਂਡ ਤੇ ਲਾਣਾ, ਉਹ ਬੈਨ ਹੋ ਜਾਂਦਾ। ਸੋ ਕਹਿਣ ਦਾ ਭਾਵ ਹੈ ਕਿ ਉਹਦੇ ਤੇ ਵੀ ਮੈਂ ਆਲਰੇਡੀ ਮਿਨਿਸਟਰੀ 'ਚ ਚਿੱਠੀ ਲਿਖ ਚੁੱਕਾ ਔਰ ਆਉਣ ਵਾਲੇ ਟਾਈਮ ਤੇ ਮੇਰੀ PIL ਪੈਣੀ ਹੈ ਕਿ ਇਹਨਾਂ ਚੀਜ਼ਾਂ ਤੇ ਵੀ ਪਹਿਲਾਂ ਤਾਂ ਯੂਟਿਊਬਰਸ ਦੇ ਉੱਤੇ ਸ਼ਿਕੰਜਾ ਕੱਸਿਆ ਜਾਏਗਾ। ਕਿਉਂਕਿ ਮੇਰੀਆਂ ਹੀ ਫੋਟੋਆਂ ਲਾ ਕੇ ਜਦੋਂ ਹਰਚਰਨ ਪੀਲੀਭੀਤ ਵਾਲਾ ਕੇਸ ਹੋਇਆ ਜਾਂ ਲਵਪ੍ਰੀਤ ਲਾਡੀ ਵਾਲਾ ਕੇਸ ਹੋਇਆ ਕਿ ਵਕੀਲ ਨੇ ਫੜਿਆ ਰੰਗੇ ਹੱਥੀ ਤੋਂ ਗੰਦਮੰਦ ਜਿਹਾ ਲਿਖਿਆ, ਫਿਰ ਮੈਂ ਉਹਨਾਂ ਨੂੰ ਲੱਭ ਕੇ ਫੋਨ ਕੀਤਾ, ਨੋਟਿਸ ਪਾਇਆ, ਰਿਮੂਵ ਕਰਾਇਆ। ਮੈਂ ਕਿਹਾ ਇਹ ਕੰਮ ਨਹੀਂ ਕਰਨਾ, ਜੈਨੂਨ ਜੋ ਮੇਰੀ ਗੱਲ ਹੈ ਉਹ ਤੁਸੀਂ ਕਿਤੋਂ ਵੀ ਲਾ ਕੇ ਲਾ ਲਓ, ਤੋੜ ਮਰੋੜ ਕੇ ਟਾਈਟਲ ਵੀ ਨਹੀਂ ਲਾਉਣਾ। ਸੋ ਉਹਦੇ ਤੇ ਵੀ ਮੇਰੀ ਕਾਰਵਾਈ ਚੱਲਦੀ ਪਈ ਹੈ। ਜਿੰਨਾ ਸਮਾਂ ਮਿਲਦਾ ਮੈਂ ਡਿਪਾਰਟਮੈਂਟਸ ਨਾਲ ਲਾਇਸੈਂਸ ਤੇ ਹਾਂ। ਜੇ ਉਹ ਨਹੀਂ ਕਰਨਗੇ ਤਾਂ ਫਿਰ ਮਾਨਯੋਗ ਹਾਈ ਕੋਰਟ 'ਚ PIL ਪਾ ਕੇ ਇਹਨੂੰ ਸੈਂਸਰ ਬੋਰਡ ਦੇ ਘੇਰੇ 'ਚ ਲੈ ਕੇ ਆਵਾਂਗੇ ਜਾਂ ਫਿਰ YouTube ਇੱਥੋਂ ਗਾਇਬ ਹੋ ਜਾਏਗਾ। ਸਿੱਧੂ ਮੂਸੇਵਾਲੇ ਦੇ ਉੱਤੇ ਵੀ ਸੰਜੂ ਗੀਤ ਦੇ ਉੱਤੇ ਤੁਸੀਂ ਮਾਮਲਾ ਪਾਇਆ ਸੀਗਾ ਔਰ ਸਿੱਧੂ ਮੂਸੇਵਾਲਾ ਅੱਜ ਅਫਸੋਸ ਦੀ ਗੱਲ ਹੈ ਕਿ ਸਾਡੇ ਵਿੱਚ ਨਹੀਂ ਹੈਗੇ, ਬਟ ਕੀ ਉਹ ਮਾਮਲਾ ਹਜੇ ਵੀ ਅੱਗੇ ਚੱਲੇਗਾ ਉਸੇ ਤਰੀਕੇ ਦੇ ਨਾਲ ਪੈਰਵੀ? ਹਾਂਜੀ ਚੱਲੇਗਾ ਜੀ, ਚੱਲੇਗਾ। 6/9 ਦੀ ਤਰੀਕ ਹੈ, 8/9 ਇਹਦੀ ਹੈ। ਅਗਲੀਆਂ ਡੇਟਾਂ ਦੋਵੇਂ ਇਕੱਠੀਆਂ ਪਿਆ ਕਰਨਗੀਆਂ। ਚਾਹੇ ਉਹ ਆਪਣੀ ਜਗ੍ਹਾ ਤੇ ਜੋ ਉਸ ਦਾ ਲੈਵਲ ਹੈ ਉਹਦੇ ਤੇ ਚੱਲੇਗਾ, ਆਪਣੇ ਲੈਵਲ ਤੇ ਚੱਲੇਗਾ, ਪਰ ਮੇਰਾ ਆਣਾ ਇੱਕ ਫੇਰੇ 'ਚ ਪੂਰਾ ਹੋ ਜਾਏਗਾ। ਨੋ ਡਾਊਟ ਮੇਰੇ ਜੂਨੀਅਰ ਹੀ ਆਉਣਗੇ। ਅੱਜ ਫਸਟ ਡੇ ਸੀ, ਮੇਰਾ ਆਣਾ ਜ਼ਰੂਰੀ ਸੀ ਬੀਇੰਗ ਪਟੀਸ਼ਨਰ। ਸੋ ਅਗਲੀ ਡੇਟਾਂ 'ਚ ਮਤਲਬ ਵਿਅਕਤੀਗਤ ਤੌਰ ਦੇ ਉੱਤੇ, ਨਿੱਜੀ ਤੌਰ ਦੇ ਉੱਤੇ ਤੁਸੀਂ ਇਦਾਂ ਦੇ ਹੀ ਮਸਲੇ ਜ਼ਿਆਦਾਤਰ ਚੱਕਦੇ ਹੋ ਔਰ ਤੁਸੀਂ ਆਵਾਜ਼ ਚੁੱਕਦੇ ਹੋ। ਬਹੁਤ ਘੱਟ ਲੋਕਾਂ ਨੂੰ ਅਸੀਂ ਦੇਖਦੇ ਹਾਂ ਕਿ ਆਵਾਜ਼ ਚੁੱਕਣ ਵਾਲੇ ਹੋਣ। ਸੋ ਸੁਨੀਲ ਮੱਲਨ ਇਦਾਂ ਕਿਉਂ ਨੇ? ਕਿਉਂ ਇਦਾਂ ਦੇ ਮਸਲਿਆਂ ਨੂੰ ਸੁਨੀਲ ਮੱਲਨ ਹੀ ਅੱਗੇ ਹੋ ਕੇ ਉਹਦੇ ਲਈ ਲੜਦੇ ਨੇ? ਨੈਗੇਟਿਵਿਟੀ ਦੀ ਟੋਲਰੈਂਸ ਜ਼ੀਰੋ ਹੈ। ਮੈਂ ਸਤਲੁਜ ਦਰਿਆ 'ਚ ਪੰਜਾਬ ਪੁਲਿਸ ਦਾ ਜਿਹੜੀ ਪੁਲਿਸ ਅਕੈਡਮੀ ਹੈ PAP, ਮੇਰੇ ਨਾਲ ਚੱਲੋ ਸਾਰੇ ਵੀਰ ਕਿਸੇ ਦਿਨ ਇਕੱਠੇ ਹੋ ਕੇ ਧੱਜੀਆਂ ਉਡਾਉਣਾ, ਮੈਂ ਬੋਲਾਂਗਾ ਅੱਗੇ, ਤੁਸੀਂ ਸਿਰਫ ਮੈਨੂੰ ਵਾਇਰਲ ਕਰੋ। ਪੰਜਾਬ ਪੁਲਿਸ ਦੀ ਪੁਲਿਸ ਅਕੈਡਮੀ ਦਾ ਜਿੰਨਾ ਗੰਦਾ ਪਾਣੀ ਹੈ ਘਰਾਂ ਦਾ, ਕੁਆਟਰਾਂ ਦਾ, ਸਾਰਾ ਸਤਲੁਜ ਦਰਿਆ 'ਚ ਪਾਇਆ ਜਾ ਰਿਹਾ। ਉੱਥੇ ਡਰੇਨ ਦਿਖਦੀ ਹੈ ਔਰ ਮੈਂ ਕੇਸ ਕੀਤਾ, ਮੇਰੇ ਤੇ ਦਬਾਅ ਬਣਿਆ। ਬੀਇੰਗ ਮੈਂ ਛੋਟਾ ਖਿਲਾੜੀ ਸੀ, ਮੈਂ ਚੁੱਪ ਕਰ ਗਿਆ, ਪਰ ਆਵਾਜ਼ ਮਰੀ ਨਹੀਂ ਮੇਰੀ। ਮੈਂ ਵੱਡਾ ਹੋਣਾ ਹੈ ਨਾ, ਜਿਵੇਂ ਲੂਨਾ ਦੇ ਪਿੱਛੇ ਲਿਖਿਆ ਹੁੰਦਾ ਵੱਡਾ ਹੋ ਕੇ ਬੁਲਟ ਬਣਾਂਗਾ, ਉਸੇ ਤਰ੍ਹਾਂ ਮੈਂ ਵੀ ਵੱਡਾ ਹੋਣਾ ਤੇ ਫਿਰ ਮੈਂ ਉਦੋਂ ਰਗੜਾਂਗਾ। ਪਰ ਐਨਵਾਇਰਨਮੈਂਟ ਨੂੰ, ਗਲੋਬ ਨੂੰ, ਸੁਸਾਇਟੀ ਨੂੰ ਬਚਾਉਣਾ ਮੇਰਾ ਧਰਮ ਹੈ। ਮੇਰੇ ਮਾਪਿਓ ਨੇ ਇਹੋ ਹੀ ਸਿੱਖਿਆ ਮੈਨੂੰ ਦਿੱਤੀ ਹੈ ਔਰ ਉਹਦੇ ਤੇ ਮੈਂ ਕੰਮ ਕਰ ਰਿਹਾ। ਮੇਰੇ ਗੁਰੂ ਪੀਰਾਂ ਨੇ ਇਹੋ ਹੀ ਸਿੱਖਿਆ ਦਿੱਤੀ ਹੈ। ਸੋ ਉਹਦੇ ਤੇ ਮੈਂ ਕੋਸ਼ਿਸ਼ ਕਰਦਾ, ਜਿੰਨਾ ਮੇਰੀ ਕੰਟਰੀਬਿਊਸ਼ਨ ਹੈ, ਮੇਰਾ ਦਸਵੰਧ ਇਹੋ ਹੀ ਹੈ। ਮੈਂ ਕਿਸੇ ਨੂੰ ਸ਼ਾਇਦ ਪੈਸੇ ਨਹੀਂ ਦੇ ਪਾਉਂਦਾ, ਪਰ ਮੇਰਾ ਦਸਵੰਧ ਇਹੋ ਹੀ ਹੈ ਕਿ ਇਹ ਗਰੀਬ ਦਾ ਕੇਸ ਫ੍ਰੀ ਲੜ ਦੇਣਾ, ਲੋੜਮੰਦ ਦਾ। ਮਰੂਤੀ 800 'ਚ ਉਹ ਆਪਣਾ ਬਿਲੀਨੋ ਤੇ ਉਹਦੇ 'ਚ ਆਉਣ ਵਾਲੇ ਬੰਦੇ ਗਰੀਬ ਨਹੀਂ ਹੁੰਦੇ, ਹੈ ਨਾ, ਜਿਹੜੇ ਪਤਾ ਲੱਗ ਜਾਂਦਾ ਕਿਸੇ ਘਰ ਕੰਮ ਕਰਦੇ ਆ। ਸੋ ਲੋੜਮੰਦ ਦਾ ਕੇਸ ਵੀ ਫ੍ਰੀ ਲੜਨਾ ਤੇ ਜਾਂ ਪੈਸੇ ਵਾਲੇ ਕੋਲ ਲੱਖ ਰੁਪਏ ਪਰ ਪੇਸ਼ੀ ਲੈਣਾ, ਇਹ ਮੇਰਾ ਧਰਮ ਹੈ, ਮੈਂ ਲੈਣਾ। ਔਰ ਕੋਸ਼ਿਸ਼ ਹੈ ਕਿ ਗੰਦਗੀ ਮਿਟਾਈ ਜਾ ਸਕੇ ਜਿੰਨੀ ਕਿ ਮੇਰੇ ਵੱਸ ਦੀ ਹੋਏਗੀ। ਪਰ 1%, ਅੱਧਾ %, 0.0001% ਵੀ ਦੇ ਸਕਾਂ। ਸ਼ਾਇਦ ਮੇਰੇ ਇਹੋ ਜਿਹੇ ਹਰਕਤਾਂ ਨਾਲ ਕਈ ਹੋਰਾਂ ਨੂੰ ਕੰਨ ਹੋ ਗਏ ਹੋਣਗੇ ਕਿ ਕੋਈ ਤਾਂ ਹੈਗਾ ਇਹਨਾਂ ਦਾ ਕੰਨ ਪੁੱਟਣ ਵਾਲਾ। ਤੇ ਮੈਂ ਫਿਰ ਕਹੂੰਗਾ ਕਿ ਵਕੀਲ ਦੀ ਗੋਲੀ ਮੋੜ ਕੱਟ ਕੇ ਵੱਜਦੀ ਹੈ, ਪੰਗਾ ਨਹੀਂ ਲੈਣਾ ਜੀ। ਮਿਹਰਬਾਨੀ ਸਾਡੇ ਨਾਲ ਗੱਲ ਕਰਨ ਲਈ। ਸੋ ਇਹ ਸੀਗੇ ਜੀ ਸੁਨੀਲ ਮੱਲਨ, ਜੋ ਕਿ ਸਮਾਜ ਦੇ ਲਈ ਲੜਦੇ ਰਹਿਣਗੇ। ਉਹਨਾਂ ਦਾ ਕਹਿਣਾ ਹੈ ਕਿ ਇਹੀ ਮੇਰਾ ਧਰਮ ਹੈ ਔਰ ਇਹੀ ਮੇਰਾ ਦਸ਼ਵਾਂਸ਼ ਹੈ ਕਿ ਮੈਂ ਸਮਾਜ ਦੀ ਬੁਰਾਈਆਂ ਦੇ ਅਗੇਂਸਟ ਲੜਦਾ ਰਹਾਂ ਔਰ ਇਸ ਤਰੀਕੇ ਨਾਲ ਕਾਰਵਾਈ ਕਰਦਾ ਨਾ। ਅਗਲੀ ਪੇਸ਼ੀ ਦੇ ਉੱਤੇ ਜਿਹੜਾ ਹੈ ਮਨਕੀਰਤ ਔਲਖ ਨੂੰ ਵੀ ਪੇਸ਼ ਹੋਣਾ ਪਏਗਾ। ਅਗਰ ਨਹੀਂ ਹੁੰਦੇ ਤਾਂ ਬਣਦੀ ਕਾਰਵਾਈ ਅੱਗੇ ਜਿਹੜੀ ਹੈ ਉਹ ਅਦਾਲਤ ਵੱਲੋਂ ਕੀਤੀ ਜਾਏਗੀ। ਸੋ ਕੈਮਰਾਮੈਨ ਪ੍ਰਦੀਪ ਭਾਰਦਵਾਜ ਦੇ ਨਾਲ ਮੈਂ ਸ਼ੇਖਰ ਰਾਏ, ਹਮਦਰਦ TV, ਮੋਹਾਲੀ।